केदारा महला पंजवा। केदारा राग विच पंजवें पातशाह शहीदां दे सरताज, शांति दे सोमे, गुरबाणी दे रचनहार, धन धन सतगुरु श्री गुरु अर्जन देव साहिब जी महाराज शोभावन उपदेश की बख्शिश कर रहे हैं। रसना राम राम बखाना। ये भाई रसना जबान करके रमे हुए परमात्मा दे नाम भाव जस नूं उचारण करो। गुण गोपाल उचार दिन रहना। परमात्मा दे गुणां नूं कीर्तन विच पा के भी दिन रात उचारण करो। भये कलमल हान। तां तेरे कलबलाहट पाउण वाले पाप या कल कलयुग दे मैल रूप पाप या मल वखेप अवरण रूप कलमल पाप जिहड़े ने वो नाश हो जाणगे। विश्राम दी कर फरमान करदे ने। त्याग चलना सगल संपत। ये भाई अंत नूं हाथी घोड़े मझां गावां आदिक सारी विभूति नूं इत्थे ही छड्ड करके परलोक नूं चले जाना पैना है। काल सिर पर जाना। इसलिए मौत नूं सदा ही अपने सिर पर खड़ी जानना कर। हर जियो काल सदा सिर ऊपर ठांडे जन्म जन्म मैदाई। मिथन मोह दुरंत आसा। जो झूठे पदार्थों के मोह करके दुरंत कठिन बेअंत आस इच्छा लगी हुई है। झूठ सर पर मान। इन्हां पदार्थां नूं जरूर बर जरूर झूठे ही मनना कर। सत पुरखा अकाल मूरत। जो सत नाश तो रहत पुरख परिपूर्ण, काल तो रहत मूरत हस्ती स्वरूप वाला प्रभु है। हृदय तारहु ध्यान। उसदा अपने हृदय विच ध्यान धरन कर या हृदय विच निश्चयकरण रूप ध्यान धारण कर। नाम निदान लाभ नानक। सतगुरु साहिब जी कथन करते ने कि गुरां द्वारा बख्शिया हुआ नाम का खजाना ही नफे वाला है। वास्ते परवाना। यही वस्तु लोक परलोक दे विच प्रमाणिक सफली है। या ये नाम रूप वस्तु ही प्रमाण कर। केदारा महला पंजवा। पंजवें पातशाह धन सतगुरु श्री गुरु अर्जन देव साहिब जी महाराज शोभावन उपदेश की बख्शिश कर रहे ने। हर के नाम को आधार। हे भाई अपने हृदय विच हरि परमात्मा दे नाम दा ही आसरा लेना करो। कल कलेश न कश व्यापा। तदों तुहानू कल्पना झगड़े अते कलेश जो विद्वाना ने 5 प्रकार के संस्कृत ग्रंथों में लिखे ने, अविद्या, असमता, राग द्वैख अति अभिनिवेश, ये
ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ 5 ਕਲੇਸ਼ ਦਰਜ ਕੀਤੇ ਨੇ। ਅਵਿਦਿਆ, ਅਸਲੀਅਤ ਨਾ ਸਮਝਣੀ, ਉਲਟੀ ਸਮਝ, ਅਸਮਤਾ, ਦੇਹ ਧਨ ਸੰਬੰਧੀ ਆਦਿਕ ਹੰਗਤਾ, ਜਾਂ ਕਿਸੇ ਨਾਲ ਸੰਗਤੀ ਨਾ ਹੋਣੀ, ਰਾਗ ਬਿਨਾ ਕਾਰਨ ਤੋਂ ਕਿਸੇ ਨਾਲ ਮੋਹ ਕਰਨਾ, ਦਵੈਖ ਬਿਨਾ ਕਾਰਨ ਤੋਂ ਕਿਸੇ ਨਾਲ ਈਰਖਾ ਪਾ ਲੈਣੀ, ਬੇਵਜ੍ਹਾ ਹੀ ਹੱਥ ਧੋ ਕੇ ਕਿਸੇ ਦੇ ਪਿੱਛੇ ਪੈ ਜਾਣਾ, ਅਭਿਨਵੇਸ਼ ਉਲਟਾ ਹੱਠ, ਭਾਵ ਨਾ ਕਰਨਯੋਗ ਕਰਮਾਂ ਨੂੰ ਜਾਣ ਕੇ ਵੀ ਹੱਠ ਨਾਲ ਉਹਨਾਂ ਵਿੱਚ ਮਨ ਲਾਉਣਾ ਅਤੇ ਮੌਤ ਤੋਂ ਡਰਨਾ। ਇਉਂ ਤੁਹਾਨੂੰ ਇਹ ਜਿਹੜੇ ਕਲੇਸ਼, ਦੁੱਖ ਆਦਿਕ ਤੇ ਕਲਪਨਾ ਤੇ ਝਗੜੇ ਕੁਛ ਵੀ ਨਹੀਂ ਵਿਆਪਣਗੇ ਜੇਕਰ ਹਰ ਕੇ ਨਾਮ ਕੋ ਆਧਾਰ। ਇਹ ਭਾਈ ਆਪਣੇ ਹਿਰਦੇ ਵਿੱਚ ਤੁਸੀਂ ਹਰੀ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲੈਣਾ ਕਰੋਗੇ। ਸੰਤ ਸੰਗ ਵਿਵਹਾਰ ਅਤੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰੋ। ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਕਾਰਨ ਗ੍ਰਹ ਆਪ ਰਾਖਿਓ, ਪਰਮੇਸ਼ਰ ਆਪਣੀ ਕਿਰਪਾ ਕਰਕੇ ਜਿਸ ਨੂੰ ਆਪ ਰੱਖ ਲੈਂਦਾ ਹੈ। ਨਹਿ ਉਪਜਤਉ ਬੇਕਾਰ, ਉਸ ਦੇ ਅੰਦਰ ਕਾਮ ਕ੍ਰੋਧ ਆਦਿਕ ਵਿਕਾਰ ਪੈਦਾ ਨਹੀਂ ਹੁੰਦੇ, ਭਾਵ ਨਿਰਵਿਕਾਰ ਜੀਵਨ ਹੋ ਜਾਂਦਾ ਹੈ ਉਸ ਦਾ। ਜਿਸ ਪ੍ਰਾਪਤ ਹੋਏ ਸਿਮਰੈ, ਇਸ ਮਨੁੱਖ ਨੂੰ ਗੁਰਾਂ ਦੁਆਰਾ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਜਾਂ ਪ੍ਰਾਪਤ ਹੋਣਾ ਲਿਖਿਆ ਹੋਇਆ ਹੈ, ਉਹੀ ਵਾਹਿਗੁਰੂ ਨਾਮ ਨੂੰ ਸਿਮਰਦਾ ਹੈ। ਤਿਸ ਦਹਿ ਤਨ ਹੈ ਸੰਸਾਰ, ਅਤੇ ਤਿਸ ਮਨੁੱਖ ਨੂੰ ਜਗਤ ਵਿਚਲੇ ਵਿਕਾਰ, ਤ੍ਰਿਸ਼ਨ, ਈਰਖਾ ਦੀ ਅੱਗ ਸਾੜ ਨਹੀਂ ਸਕਦੀ। ਸੁਖ ਮੰਗਲ ਆਨੰਦ ਹਰ ਹਰ, ਹਰੀ ਭਰੀ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਹੀ ਮਨ ਕਰਕੇ ਸੁਖ, ਬਾਣੀ ਕਰਕੇ ਮੰਗਲ ਖੁਸ਼ੀ ਅਤੇ ਸਰੀਰ ਕਰਕੇ ਆਨੰਦ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਸੁਖ ਮੰਗਲ ਆਨੰਦ ਹਰ ਹਰ, ਸੁਖ ਸਰੂਪ ਹਰ ਹਰ ਪਰਮਾਤਮਾ ਦੇ ਜਸ ਗਾਉਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ। ਰੱਬ ਚਰਨ ਅੰਮ੍ਰਿਤ ਸਾਰ, ਅਤੇ ਪਰਮਾਤਮਾ ਦੇ ਚਰਨਾਂ ਦਾ ਪਿਆਰ, ਧਿਆਨ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸ੍ਰੇਸ਼ਟ ਸਾਧਨ ਹੈ ਜਾਂ ਅੰਮ੍ਰਿਤ ਤੋਂ ਵੀ ਸ੍ਰੇਸ਼ਟ ਹੈ। ਨਾਨਕ ਦਾਸ ਸਰਨਾਗਤੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮਾਤਮਾ, ਮੈਂ ਸੇਵਕ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ ਜੀ। ਤੇਰੇ ਸੰਤਨਾ ਕੀ ਛਾਰ, ਤੇਰੇ ਸੰਤ ਜਨਾਂ ਦੇ ਚਰਨਾਂ ਦੀ ਮੈਨੂੰ ਧੂੜੀ ਬਣਾਉਣਾ ਕਰ। ਤੇਰੇ ਸੰਤ ਜਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ। ਅੰਤਰਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਕੇਦਾਰਾ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੇਦਾਰਾ ਰਾਗ ਵਿੱਚ
ਪਾਵਨ ਸ਼ਬਦ ਉਚਾਰ ਰਹੇ ਹਨ। ਹਰ ਕੇ ਨਾਮ ਬਿਨ ਤ੍ਰਿਗ ਸਰੋਤਾ। ਇਹ ਭਾਈ ਹਰੀ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਿਨਾਂ ਕੰਨਵੇਂ ਤਿਰਕਾਰ ਯੋਗ ਹਨ। ਜੀਵਨ ਰੂਪ ਵਿਸਾਰ ਜੀਵਨ। ਜੋ ਮਨੁੱਖ ਜੀਵਨ ਨੂੰ ਪਰਮਾਤਮਾ ਨੂੰ ਭੁਲਾ ਕੇ ਜਿਉਣਾ ਕਰਦੇ ਹਨ, ਭਾਵ ਆਪਣੇ ਆਪ ਨੂੰ ਜਿਉਂਦੇ ਮੰਨਦੇ ਨੇ, ਦੇਹ ਕਤ ਜੀਵਨ ਹੋਤਾ। ਉਹਨਾਂ ਦਾ ਕਿਸ ਪ੍ਰਕਾਰ ਜਿਉਣਾ ਹੁੰਦਾ ਹੈ, ਭਾਵ ਉਹਨਾਂ ਦਾ ਜੀਵਨ ਵਿਅਰਥ ਅਤੇ ਤਿਰਕਾਰ ਯੋਗ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਖਾਤ ਪੀਤ ਅਨੇਕ ਵਿਅੰਜਨਾ। ਉਹ ਬੇਅੰਤ ਪ੍ਰਕਾਰ ਦੇ ਭੋਜਨ ਖਾਂਦੇ ਅਤੇ ਬੇਅੰਤ ਪ੍ਰਕਾਰ ਦੇ ਰਸ ਕਸ ਪੀਂਦੇ ਹਨ। ਜੈਸੇ ਭਾਰ ਬਾਹਕ ਖੋਤਾ। ਉਹ ਸਭ ਕੁਝ ਇਸ ਪ੍ਰਕਾਰ ਹੈ ਜਿਵੇਂ ਭਾਰੇ ਬੋਝ ਨੂੰ ਬਾਹਕ ਢੋਣ ਵਾਹੁਣ ਵਾਲਾ ਖੋਤਾ ਹੁੰਦਾ ਹੈ। ਅਰਥਾਤ ਜਿਵੇਂ ਘੁਮਿਆਰ ਨੇ ਭਾਰ ਢੋਣ ਵਾਸਤੇ ਖੋਤਾ ਰੱਖਿਆ ਹੁੰਦਾ ਹੈ, ਜਾਂ ਕਈ ਜੱਟਾਂ ਦੇ ਘਰ ਖੋਤੀਆਂ ਦੇ ਪੱਠੇ ਲਿਆਉਂਦੇ ਨੇ ਤੇ ਆਪ ਸੁੱਖ ਦੇ ਨਾਲ ਪੱਠਿਆਂ ਦੀ ਪੰਡ ਉੱਪਰ ਰੱਖ ਕੇ ਮਗਰ ਆਪ ਬੈਠ ਜਾਂਦੇ ਨੇ ਤੇ ਕੰਮਕਾਰ ਕਰਨ ਤੋਂ ਬਾਅਦ ਮੁੜ ਕੇ ਘੁਮਿਆਰ ਲੋਕ ਉਹਨੂੰ ਵਿਚਾਰੇ ਖੋਤੇ ਨੂੰ ਖਾਣ ਲਈ ਹਰਿਆ ਵੀ ਨਹੀਂ ਦਿੰਦੇ। ਤੇ ਜ਼ਿਮੀਂਦਾਰ ਭਰਾ ਵੀ ਇਹ ਸੋਚਦੇ ਵੀ ਇਹਨੇ ਕਿਹੜਾ ਦੁੱਧ ਦੇਣਾ, ਹਰਿਆ ਤਾਂ ਦੁਧਾਰੂ ਪਸ਼ੂਆਂ ਨੂੰ ਪਾਈਦਾ ਜਿੰਨਾ ਦੁੱਧ ਦੇਣਾ ਹੁੰਦਾ ਹੈ, ਇਹਦਾ ਕੀ ਹੈ। ਉਹਨੂੰ ਤੂੜੀ ਫੱਕ ਆਦਿਕ ਖੁਰਲੀ 'ਚ ਪਾ ਦਿੰਦੇ, ਜਾਂ ਇੰਨਾ ਵੀ ਨਹੀਂ ਸਰਦਾ, ਰੱਸਾ ਖੋਲ ਕੇ ਤੇ ਰੂੜੀਆਂ ਦੇ ਛੱਡ ਦਿੰਦੇ, ਉਹ ਹੀ ਕਰਦਾ ਲੇਟੇ ਮਾਰੀ ਜਾਂਦਾ ਅਤੇ ਉੱਥੇ ਸੁੱਕਾ ਘਾਹ ਫੂਸ ਚੁਣ ਕੇ ਖਾਈ ਜਾਂਦਾ। ਇਸੇ ਪ੍ਰਕਾਰ ਖਾਤ ਪੀਤ ਅਨੇਕ ਵਿਅੰਜਨਾ। ਅਨੇਕ ਪ੍ਰਕਾਰ ਦੇ ਭੋਜਨ ਖਾਂਦੇ, ਬੇਅੰਤ ਪ੍ਰਕਾਰ ਦੇ ਰਸ ਕਸ ਪੀਂਦੇ ਜਿਹੜੇ ਸੰਬੰਧੀ ਹਨ। ਜੈਸੇ ਭਾਰ ਬਾਹਕ ਖੋਤਾ। ਇਸਤਰੀ ਪੁੱਤਰ ਆਦਿਕ ਘੁਮਿਆਰ ਦੀ ਤਰ੍ਹਾਂ ਨੇ ਤੇ ਸਾਡੇ ਵਰਗਿਆਂ ਨੂੰ ਉਹਨਾਂ ਨੇ ਖੋਤੇ ਰੱਖਿਆ ਹੋਇਆ ਘਰ ਵਾਲਿਆਂ ਨੂੰ, ਮਤਲਬ ਮਾਫ ਕਰਨਾ, ਭਾਰ ਚੁੱਕਣ ਲਈ ਅਨੇਕਾਂ ਪਦਾਰਥ ਲਿਆ ਕੇ, ਕਦੀ ਗੰਢੇ ਮੁੱਕ ਗਏ, ਕਦੀ ਆਲੂ ਮੁੱਕ ਗਏ, ਇਹੀ ਕੰਮ ਹੈ ਸਾਡਾ। ਆਹ ਚੀਜ਼ ਚਾਹੀਦੀ ਹੈ, ਉਹ ਚਾਹੀਦੀ ਹੈ, ਪੈਸਾ ਆਉਂਦਾ ਹੀ ਦੇਖਦਾ, ਜਾਣ ਲੱਗਿਆ ਪਤਾ ਨਹੀਂ ਲੱਗਦਾ, ਨਾਲੇ ਭਾਰ ਚੁੱਕ ਚੁੱਕ ਢੋਈ ਜਾਓ। ਅਨੇਕਾਂ ਪਦਾਰਥ ਲਿਆ ਕੇ ਅਸੀਂ ਲੋਕ ਆਪਦੇ ਘਰਦਿਆਂ ਨੂੰ ਦਿੰਦੇ ਹਾਂ, ਕੋਈ ਝੂਠ ਨਹੀਂ ਹੈ, ਰੀਅਲ ਸਟੋਰੀ ਹੈ। ਅਗਲੇ ਕਹਿੰਦੇ ਨੇ ਫਿਰ ਤੜਕਾ ਕਿਵੇਂ ਲੱਗੂਗਾ, ਤੁਸੀਂ ਵੀ ਤਾਂ ਰੋਟੀ ਖਾਣੀ ਹੈ। ਤੇ ਕਈ ਵਾਰ ਦੂਸਰਿਆਂ ਨੂੰ ਲਿਆ ਕੇ ਦੇ ਦਿੰਦਾ ਹੈ ਵੀ ਚੱਲ ਹੋ ਜਣੇ, ਆਪਾਂ ਤਾਂ ਖਾ ਲਿਆ ਹੰਡਾ ਲਿਆ, ਉਹ ਨਿਆਣਿਓ ਖਾਓ ਤੁਸੀਂ। ਤੇ ਆਪ ਕਈ ਵਾਰ ਭੁੱਖਾ ਹੀ ਸੌਂ ਜਾਂਦਾ, ਕਿਉਂਕਿ ਬੰਦੇ ਤਾਂ ਲੇਟ ਹੀ ਕਰ ਜਾਂਦੇ ਨੇ, ਜਾਂਦਿਆਂ ਨੂੰ ਘਰ ਦੇ ਸੁੱਤੇ ਹੁੰਦੇ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਰਿੱਜ ਖੋਲ ਕੇ ਚੀਜ਼ ਵੀ ਲੱਭੋ, ਉਹ ਲੱਭਣੀ ਕੋਈ ਨਹੀਂ, ਕਿਉਂਕਿ ਆਪਦੇ ਹੱਥ ਨਾਲ ਨਹੀਂ ਰੱਖੀ। ਚਲੋ ਕੋਈ ਗੱਲ ਨਹੀਂ, ਸਵੇਰੇ ਸਹੀ। ਤੋ ਇਸੇ ਪ੍ਰਕਾਰ ਵਿਸ਼ਿਆਂ ਦੀ ਰੂੜੀ ਵਿੱਚ ਵਿਕਾਰ ਭੋਗਣ ਰੂਪ ਇਹ ਨਿਤ ਘਾਹ ਖਾਂਦਾ ਹੈ, ਇਸ ਨੂੰ ਹੋਰ ਕੋਈ ਕੰਮ ਨਹੀਂ ਹੈ। ਆਠ ਪਹਿਰ ਮਹਾ ਸ਼ਰਮ ਪਾਇਆ। ਜੀਵ ਅੱਠੇ ਪੈਰ ਭਾਵ ਰਾਤ ਦਿਨ ਆਪਦੇ ਧੀਆਂ ਪੁੱਤਰਾਂ ਘਰ ਵਾਲੀ ਦਾ ਪੇਟ ਪਾਲਣ ਲਈ ਬਹੁਤ ਥਕਾਵਟ ਨੂੰ ਪਾਉਣਾ ਕਰਦਾ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੈਂ ਵੇਖਿਆ 24 ਘੰਟਿਆਂ ਵਿੱਚੋਂ 16 ਘੰਟੇ ਬੰਦੇ ਕੰਮ ਕਰਦੇ ਨੇ, 16 ਘੰਟੇ।
ਇਹ ਨਹੀਂ ਵੀ ਇਕੱਲੇ ਬੰਦੇ ਵੀ, ਘਰ ਵਾਲੀਆਂ ਵੀ ਨਾਲ ਹੀ, ਨਿਆਣੇ ਜੋ ਪਾਲਣੇ ਹੋਏ। ਸਕੂਲਾਂ 'ਚ ਤਾਂ ਕਈ ਵਾਰ ਸਰ ਜਾਂਦਾ। ਨਿਆਣੇ ਜਦੋਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਕਾਲਜਾਂ 'ਚ ਜਾਂਦੇ ਨੇ, ਇਹ ਤਾਂ ਮੋਟੀ ਪੂੰਜੀ ਚਾਹੀਦੀ ਹੈ। ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ, ਉਹ ਖਰਚਾ ਕਿੱਥੋਂ ਪੂਰਾ ਕਰਨਾ। ਬੰਦਾ ਥੱਕੂਗਾ, ਹੱਡ ਭੰਨ ਕੇ ਮਿਹਨਤ ਕਰੇਗਾ ਤਾਂ ਹੀ ਕੁਛ ਬਣੇਗਾ, ਨਹੀਂ ਤਾਂ ਹਾਲ ਪੰਜਾਲੀ ਗੱਲ ਪਈ ਵੀ ਉੱਥੇ ਕਿਤੇ ਰਹਿੰਦਾ। ਇਉਂ ਥਕਾਵਟ ਨੂੰ ਪਾਉਣਾ ਕਰਦਾ ਹੈ। ਜੈਸੇ ਬਿਰਖ ਜੰਤੀ ਜੋਤਾਂ, ਜਿਵੇਂ ਬਲਦ ਜੰਤੀ ਯੰਤਰ ਕੋਲੂ ਅੱਗੇ ਜੋੜਿਆ ਹੁੰਦਾ ਹੈ। ਅੱਖਾਂ ਦੇ ਖੋਪੇ ਜੇ ਲਾ ਲੈਂਦੇ ਨੇ ਤੇ ਤੇਲੀ ਬਲਦ ਨੂੰ ਕੋਲੂ ਤੇ ਜੋੜ ਕੇ ਛੱਡ ਦਿੰਦਾ। ਉਹ ਟੱਲੀਆਂ ਜੀਆਂ ਖੜਕਾਉਂਦਾ, ਠੀਠਨੇ ਮਾਰਦਾ, ਭੱਜਾ ਫਿਰਦਾ, ਸੋਚਦਾ ਮੈਂ ਬੜੀ ਦੂਰ ਪਹੁੰਚ ਗਿਆ ਹੋਵਾਂਗਾ। ਪਰ ਕਬੀਰ ਸਾਹਿਬ ਜੀ ਵੀ ਕਹਿੰਦੇ, ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ। ਤੇਲੀ ਦੇ ਬਲਦ ਵਾਂਗ ਇਹ ਜੀਵ ਭਰਮਦਾ ਫਿਰਦਾ ਹੈ। ਇੰਜ ਗਤ ਬਿਨ ਰਹਿਣ ਬਹਈ ਹੈ। ਜਿਵੇਂ ਸਾਰੀ ਸਾਰੀ ਰਾਤ ਬਲਦ ਦੌੜਿਆ ਰਹਿੰਦਾ, ਪਰ ਜਦ ਉਹ ਖੋਪੇ ਜੇ ਉਤਰਦੇ ਨੇ, ਵੇਖਦਾ ਮੈਂ ਤਾਂ ਉੱਥੇ ਹੀ ਖੜਾ ਹਾਂ। ਬਿਨਾਂ ਚਾਲ ਤੋਂ ਉੱਥੇ ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਇਸੇ ਪ੍ਰਕਾਰ ਆਠ ਪਹਿਰ ਮਹਾਸ਼ਰਮ ਪਾਇਆ। ਇਹ ਜੀਵ ਅਠੇ ਪੈਰ ਆਪਦੇ ਧੀਆਂ ਪੁੱਤਰਾਂ ਇਸਤਰੀ ਦਾ ਪੇਟ ਪਾਲਣ ਵਾਸਤੇ ਦੇਸ਼ ਛੋੜ, ਆਪਦਾ ਦੇਸ਼ ਛੱਡ ਕੇ ਪਰਦੇਸੇ ਧਾਇਆ। ਬਾਹਰਲੀਆਂ ਕੰਟਰੀਆਂ ਵਿੱਚ ਦੌੜ ਭੱਜ ਦਿਨ ਰਾਤ ਕੰਮ ਕਾਰ ਕਰਦਾ ਫਿਰਦਾ ਹੈ ਤੇ ਬੜਾ ਥੱਕ ਜਾਂਦਾ, ਹੰਭ ਜਾਂਦਾ ਹੈ। ਜੈਸੇ ਬਿਰਖ ਜੰਤੀ ਜੋਤਾਂ, ਇਹ ਜੀ ਰੂਪ ਬਲਦ ਇਸਤਰੀ ਪੁੱਤਰ ਆਦਿਕ ਰੂਪ ਤੇਲੀਆਂ ਦਾ ਪਦਾਰਥਾਂ ਰੂਪੀ ਕੋਲੂ ਨਾਲ ਜੋੜਿਆ ਹੋਇਆ ਹੈ। ਤਾਜ ਗੋਪਾਲ ਜਿਆਨ ਲਾਗੇ। ਪ੍ਰਿਥਵੀ ਦੇ ਪਾਲਕ ਪਰਮਾਤਮਾ ਨੂੰ ਛੱਡ ਕੇ ਜਿਹੜੇ ਮਨੁੱਖ ਹੋਰ ਪਦਾਰਥਾਂ ਦੇ ਮੋਹ ਵਿੱਚ, ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗੇ ਹੋਏ ਹਨ, ਸੇ ਬਹੁ ਪ੍ਰਕਾਰੀ ਰੋਤਾਂ। ਉਹ ਬਹੁਤ ਤਰ੍ਹਾਂ ਕਰਕੇ ਰੋਂਦੇ ਰਹਿੰਦੇ। ਭਾਵ ਕੰਮ ਕਰਦਾ ਵੀ ਬੰਦਾ, ਕਮਾਈ ਕਰਦਾ ਹੋਇਆ ਵੀ ਦੁਖੀ ਰਹਿੰਦਾ ਹੈ ਕਿ ਮੇਰਾ ਕਿਸੇ ਨੇ ਕੁਝ ਨਹੀਂ ਸੋਚਿਆ। ਮੈਂ ਆਪਦੇ ਧੀਆਂ ਪੁੱਤਰਾਂ ਦਾ, ਪਰਿਵਾਰ ਦਾ ਇੰਨਾ ਕੁਛ ਬਣਾਇਆ, ਇਹ ਮੈਨੂੰ ਰੋਟੀ ਨਹੀਂ ਪੁੱਛਦੇ, ਪਾਣੀ ਨਹੀਂ ਪੁੱਛਦੇ। ਇੰਜ ਹੋਕੇ ਨਾਲ ਹੀ ਕਈਆਂ ਦੇ ਪ੍ਰਾਣ ਨਿਕਲ ਜਾਂਦੇ ਹਨ। ਕਰ ਜੋਰ ਨਾਨਕ ਦਾਨ ਮੰਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਇੰਜ ਬੇਨਤੀ ਕਰੋ ਕਿ ਇਹ ਪਰਮਾਤਮਾ, ਮੈਂ ਆਪਣੇ ਪ੍ਰਤੱਖ ਹੱਥ ਜਾਂ ਮਨ ਬੁੱਧ ਰੂਪ ਹੱਥ ਜੋੜ ਕੇ ਇਹੀ ਦਾਨ ਮੰਗਦਾ ਹਾਂ। ਹਰ ਰੱਖੋ ਕੰਠ ਪਰੋਤਾ। ਇਹ ਹਰੀ, ਮੈਂ ਤੇਰੇ ਨਾਮ ਨੂੰ ਹਿਰਦੇ ਰੂਪ ਗਲ ਦੇ ਵਿੱਚ ਪ੍ਰੀਤੀ ਰੂਪ ਧਾਗੇ ਨਾਲ ਪਰੋ ਕੇ ਰੱਖਣਾ ਕਰਾਂ। ਕੇਦਾਰਾ ਮਹੱਲਾ ਪੰਜਵਾ। ਕੇਦਾਰਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੰਤ ਹੈ ਤੂਰਾ ਲੈ ਮੁਖ ਮਲੀ। ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਮੂੰਹ, ਆਪਣੇ ਮਸਤਕ ਦੇ ਉੱਪਰ ਮਲੀ ਹੈ। ਗੁਣਾ ਅਚੁੱਤ ਸਦਾ ਪੂਰਾਨਾ। ਉਹ ਅਗੇੜ ਰੂਪ ਪਰਮਾਤਮਾ ਦੇ ਗੁਣ ਗਾ ਕੇ ਸਦਾ ਹਮੇਸ਼ਾ ਲਈ ਪੂਰਨ ਹੋ ਗਿਆ ਹੈ। ਇਸੇ ਪ੍ਰਕਾਰ ਗੁਣਾ ਅਚੁੱਤ ਸਦਾ ਪੂਰਨ। ਸਦਾ ਗੁਣਾ ਕਰਕੇ ਪੂਰਨ ਅਚੁੱਤ ਪ੍ਰਭੂ ਉਸ ਨੂੰ ਪ੍ਰਾਪਤ ਹੋਇਆ ਹੈ।
ਦੁਖ ਵਿਆਪੈ ਕਾਲੇ। ਕਲੀ ਕਲਯੁਗ ਜਾਂ ਕਲੀ ਕਲਪਨਾ ਦੇ ਦੋਸ਼ ਵੀ ਉਹਨੂੰ ਨਹੀਂ ਵਿਆਪਦੇ। ਜਾਂ ਕਲੀ ਹਰੀ ਭਾਵ ਹਾਥੀ ਆਦਿਕ ਜੂਨਾਂ ਵਿੱਚ ਪੈਣ ਵਾਲੇ ਦੋਸ਼ ਵੀ ਨਹੀਂ ਲੱਗਦੇ। ਜਾਂ ਜਿਵੇਂ ਕਮਲ ਦੀ ਕਲੀ ਪਾਣੀ ਵਿੱਚ ਨਿਰਲੇਪ ਰਹਿੰਦੀ ਹੈ, ਇਸੇ ਪ੍ਰਕਾਰ ਉਹ ਪੁਰਖ ਸੰਸਾਰ ਦੇ ਪਦਾਰਥਾਂ ਨੂੰ ਪਾਣੀ ਤੋਂ ਨਿਰਲੇਪ ਰਹਿੰਦੇ ਨੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਨਾਨਕ ਨਾਮ ਵਖਾਣੇ। ਅਤੇ ਮਲ ਵਿਖੇਪ ਅਵਰਨ ਰੂਪ ਕੋਈ ਵੀ ਦੋਸ਼ ਉਹਨਾਂ ਨੂੰ ਨਹੀਂ ਲੱਗਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਗੁਰ ਬਚਨ ਕਾਰਜ ਸਰਬ ਪੂਰਨ। ਗੁਰਾਂ ਦੇ ਉਪਦੇਸ਼ ਨੂੰ ਮੰਨਣ ਕਰਕੇ ਉਸ ਦੇ ਵਿਵਹਾਰਕ ਅਤੇ ਪਰਮਾਰਥ ਆਦਿਕ ਦੇ ਸਾਰੇ ਕੰਮ ਪੂਰੇ ਹੋਏ ਹਨ। ਅਤੇ ਉਸ ਦੇ ਚਿੱਤ ਦੀ ਬਿਰਤੀ ਇੱਧਰ ਉੱਧਰ ਪਦਾਰਥਾਂ ਵਿੱਚ ਇਸ ਲੋਕ ਦੇ ਪਦਾਰਥ ਅਤੇ ਸਰਵਰਗ ਲੋਕ ਦੇ ਭੋਗਾਂ ਨੂੰ ਸੁਣ ਕੇ ਨਹੀਂ ਹਿੱਲਦੀ, ਸਦਾ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ ਰਹਿੰਦੀ ਹੈ। ਜਾਂ ਲੋਕ ਪਰਲੋਕ ਵਿੱਚ ਹਿੱਲਦਾ ਨਹੀਂ ਹੈ, ਭਾਵ ਜੰਮਣ ਮਰਨ ਦੇ ਵਿੱਚ ਨਹੀਂ ਜਾਂਦਾ। ਪ੍ਰਭ ਏਕ ਅਨਕ ਸਰਬਤ ਪੂਰਨ। ਜਿਸ ਨੇ ਸਾਰੇ ਥਾਵਾਂ ਦੇ ਵਿੱਚ ਅਨੇਕਾਂ ਜੀਵਾਂ ਅੰਦਰ ਇੱਕ ਪ੍ਰਭੂ ਪਰਮਾਤਮਾ ਨੂੰ ਵਿਆਪਕ ਜਾਣਿਆ ਹੈ। ਵੇਖੈ ਅਗਨ ਨਾ ਜਲੀ। ਉਸ ਦੀ ਬਿਰਤੀ ਉਸ ਦੀ ਬੁੱਧੀ ਵਿਸ਼ਿਆਂ ਦੀ ਅੱਗ ਦੇ ਵਿੱਚ ਸੜਦੀ ਨਹੀਂ ਹੈ। ਗਹਿ ਭੁਜਾ ਲੀਨੋ ਦਾਸ ਆਪਨੋ। ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਦਾਸ ਸੇਵਕ ਬਣਾ ਕੇ ਉਸ ਦੀ ਬਿਰਤੀ ਨੂੰ ਬਾਂਹ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ ਹੈ। ਜੋਤ ਜੋਤੀ ਰਲੀ। ਇਉਂ ਉਸ ਦੀ ਪ੍ਰਤੱਖ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੇ ਵਿੱਚ ਰਲ ਮਿਲ ਜਾਂਦੀ ਹੈ। ਪ੍ਰਭ ਚਰਨ ਸਰਨ ਅਨਾਥ ਆਇਓ। ਇਉਂ ਬੇਨਤੀ ਕਰੀਏ ਕਿ ਹੇ ਪਰਮਾਤਮਾ, ਮੈਂ ਯਤੀਮ ਤੇਰੇ ਚਰਨਾਂ ਦੀ ਓਟ ਵਿੱਚ ਆਇਆ ਹਾਂ ਜੀ। ਨਾਨਕ ਹਰ ਸੰਗ ਚਲੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ, ਤੇਰੀ ਭਗਤੀ ਤੇਰੀ ਪ੍ਰੀਤੀ ਹੀ ਮੇਰੇ ਸੰਗ ਸਾਥ ਪਰਲੋਕ ਨੂੰ ਚੱਲਦੀ ਹੈ, ਚੱਲਣ ਵਾਲੀ ਹੈ। ਕੇਦਾਰਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੇਦਾਰਾ ਰਾਗ ਵਿੱਚ ਪਾਵਨ ਸ਼ਬਦ ਉਚਾਰ ਰਹੇ ਨੇ। ਹਰ ਕੇ ਨਾਮ ਕੀ ਮਨ ਰੁਚੈ। ਜਿਸ ਪੁਰਖ ਨੂੰ ਹਰੀ ਪਰਮਾਤਮਾ ਦੇ ਨਾਮ ਦੀ ਹਿਰਦੇ ਵਿੱਚ ਰੁਚੀ ਪ੍ਰੀਤੀ ਚਾਹਣਾ ਹੈ। ਕੋਟ ਸ਼ਾਂਤ ਆਨੰਦ ਪੂਰਨ। ਉਸ ਦਾ ਹਿਰਦਾ ਕਰੋੜਾਂ ਹੀ ਸ਼ਾਂਤੀ ਆਦਿਕ ਗੁਣ ਅਤੇ ਆਨੰਦ ਸੁਖ ਨਾਲ ਪੂਰਨ ਲਬਾਲਬ ਭਰਿਆ ਹੋਇਆ ਹੈ। ਜਲਤ ਛਾਤੀ ਬੁਝੈ। ਸੋ ਉਹਦੀ ਜਿਹੜੀ ਛਾਤੀ ਹੈ ਤ੍ਰਿਸ਼ਨਾ ਦੀ ਅੱਗ ਕਰਕੇ ਸੜਦੀ ਪਈ ਸੀ, ਤੇ ਉਹ ਤ੍ਰਿਸ਼ਨਾ ਦੀ ਅੱਗ ਨਾਮ ਰੂਪ ਜਲ ਪੈਣ ਦੇ ਨਾਲ ਬੁਝ ਗਈ ਹੈ। ਇਸੇ ਪ੍ਰਕਾਰ ਓਟ ਸ਼ਾਂਤ ਆਨੰਦ ਪੂਰਨ। ਉਸ ਨੂੰ ਪੂਰਨ ਵਿਆਪਕ ਪ੍ਰਭੂ ਦਾ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਕਰੋੜਾਂ ਹੀ ਸ਼ਾਂਤੀ ਪ੍ਰਾਪਤ ਹੁੰਦੀਆਂ ਹਨ। ਜਲਤ ਛਾਤੀ ਬੁਝੈ। ਕਰੋੜਾਂ ਸ਼ਾਂਤੀ ਆਦਿਕ ਗੁਣ ਤੇ ਆਨੰਦ ਸੁਖ ਦੇ ਨਾਲ
ਜੋ ਤ੍ਰਿਸ਼ਨਾ ਦੀ ਅੱਗ ਕਰਕੇ ਛਾਤੀ ਸੜਦੀ ਪਈ ਸੀ, ਉਹ ਅੱਗ ਨਾਮਰੂਪ ਜਲ ਪੈਣ ਕਰਕੇ ਬੁਝ ਗਈ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਸੰਤ ਮਾਰਗ ਚਲਤ ਪ੍ਰਾਨੀ। ਜੋ ਪ੍ਰਾਣਾਧਾਰੀ ਜੀਵ ਸ਼ਾਂਤ ਚਿਤ ਮਹਾਤਮਾ ਜਨਮ ਵਾਲੇ ਭਗਤੀ ਸਹਿਤ ਗਿਆਨ ਦੇ ਰਸਤੇ ਉੱਪਰ ਚੱਲਦੇ ਹਨ। ਪਤਤ ਉਤਰੇ ਮੁਚੈ, ਉਹ ਬਹੁਤ ਸਾਰੇ ਪਾਪੀ ਪੁਰਖ ਵੀ ਤਰ ਗਏ ਨੇ, ਜਾਂ ਉਹਨਾਂ ਪਾਪੀ ਪੁਰਖਾਂ ਦੇ ਬੰਧਨ ਮੁੱਚੇ ਕੱਟੇ ਗਏ ਨੇ ਅਤੇ ਉਹ ਸੰਸਾਰ ਤੋਂ ਪਾਰ ਉਤਰ ਗਏ ਹਨ। ਹਰੇ ਨ ਜਨ ਕੀ ਲਗੀ ਮਸਤਕ, ਜਿਨ੍ਹਾਂ ਦੇ ਮੱਥੇ ਤੇ ਸੰਤ ਜਨਾਂ ਦੇ ਚਰਨਾਂ ਦੀ ਪ੍ਰਤੱਖ ਜਾਂ ਸ਼ਰਧਾ ਰੂਪ ਧੂੜੀ ਲੱਗੀ ਹੈ। ਅਨਕ ਤੀਰਥ ਸੁਚਾ, ਉਹ ਅਨੇਕਾਂ ਤੀਰਥਾਂ ਨੂੰ ਸੁੱਚਾ ਪਵਿੱਤਰ ਕਰਨ ਵਾਲੇ ਹੋਏ ਨੇ, ਜਾਂ ਉਹਨਾਂ ਨੂੰ ਅਨੇਕਾਂ ਤੀਰਥਾਂ ਦੀ ਪਵਿੱਤਰਤਾ ਪ੍ਰਾਪਤ ਹੋਈ ਹੈ। ਚਰਨ ਕਮਲ ਧਿਆਨ ਭੀਤਰ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਜੁੜਿਆ ਹੋਇਆ ਹੈ। ਘਟ ਘਟ ਹੈ ਸੁਆਮੀ ਸੁਜਾਇ, ਉਹਨਾਂ ਨੂੰ ਸਰੀਰਾਂ ਜਾਂ ਚਾਰੇ ਖਾਣੀਆਂ ਦੇ ਘਟਾ ਘਟਾਂ ਵਿੱਚ ਸੁਆਮੀ ਮਾਲਕ ਪ੍ਰਭੂ ਵਸਦਾ ਹੋਇਆ ਹੀ ਸੁਝਿਆ ਦੇ ਸੌਂਦਾ ਪ੍ਰਗਟ ਹੋ ਆਉਂਦਾ ਹੈ। ਸਾਰਨ ਦੇਵ ਅਪਾਰ ਨਾਨਕ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਾਰਾਵਾਰ ਤੋਂ ਰਹਿਤ ਦੇਵ ਪੂਜਨੀਕ ਰਾਜਾ ਰੂਪ ਪਰਮਾਤਮਾ ਦੀ ਸ਼ਰਨ ਓਟ ਵਿੱਚ ਪਏ ਹਨ। ਬਹੁਰ ਜਮ ਨਹੀਂ ਲੁੱਜੈ, ਉਹਨਾਂ ਦੇ ਨਾਲ ਬਹੁਰ ਮੁੜ ਕੇ ਯਮਦੂਤ ਝਗੜਦੇ ਨਹੀਂ ਹਨ। ਕੇਦਾਰਾ ਸ਼ੰਤ ਮਹੱਲਾ ਪੰਜਵਾ, ਕੇਦਾਰਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੰਤ ਜਸ ਰੂਪ ਬਾਣੀ ਉਚਾਰਨ ਕਰਦੇ ਹਨ। ਏਕੋ ਓੰਕਾਰ, ਇੱਕ ਅਦਵੈਤ ਸਰੂਪ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤ ਹੈ ਚਿਤ ਹੈ ਆਨੰਦ ਰੂਪ, ਉਹ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਿਲ ਮੇਰੇ ਪ੍ਰੀਤਮ ਪਿਆਰਿਆ, ਇਹ ਮੇਰੇ ਪ੍ਰੀਤਮ ਪਰਮ ਪ੍ਰੇਮ ਦੇ ਆਸਪਦ ਰੂਪ ਪਿਆਰੇ ਪ੍ਰਭੂ, ਤੂੰ ਮੈਨੂੰ ਮਿਲਣਾ ਕਰ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ, ਪੂਰ ਰਹਿਆ ਸਰਬਤਰ ਮੈਂ, हे ਪ੍ਰਭੂ ਤੂੰ ਸਾਰੀਆਂ ਥਾਵਾਂ ਵਿੱਚ ਪਰਿਪੂਰਨ ਵਿਆਪਕ ਹੋ ਰਿਹਾ ਹੈ। ਸੋ ਪੁਰਖ ਵਿਦਾਤਾ, ਅਤੇ ਸੋ ਤੂੰ ਹੀ ਕਰਮਾਂ ਅਨੁਸਾਰ ਫਲ ਪ੍ਰਦਾਤਾ ਪੁਰਖ ਹੈ। ਜਾਂ ਸੋ ਤਤਪਦ ਦਾ ਲੱਖ ਅਰਥ ਰੂਪ ਪੁਰਖ ਪੁਰਸ਼ਾਰਥ ਦੇਣ ਵਾਲਾ ਅਤੇ ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ। ਮਾਰਗ ਪ੍ਰਭ ਕਾ ਹਰ ਕੀਆ, ਇਹ ਹਰੀ ਭਰੀ ਕਰਨ ਵਾਲੇ ਪ੍ਰਭੂ, ਮੈਂ ਤੇਰੀ ਪ੍ਰਾਪਤੀ ਦਾ ਰਸਤਾ ਇਹ ਨਿਸ਼ਚੈ ਕੀਤਾ ਹੈ ਕਿ ਸੰਤਨ ਸੰਗ ਜਾਤਾ, ਤੂੰ ਸ਼ਾਂਤ ਚਿਤ ਮਹਾਤਮਾ ਦੇ ਨਾਲ ਪਾਵਨਾਂ ਦੀ ਸੰਗਤ ਕਰਕੇ ਜਾਣਿਆ ਜਾਂਦਾ ਹੈ। ਜਾਂ ਤੇਰੀ ਭਗਤੀ ਸਹਿਤ ਗਿਆਨ ਦੇ ਰਸਤੇ ਨੂੰ ਸੰਤ ਜਨਾਂ ਦੀ ਸੰਗਤ ਕਰਕੇ ਹੀ ਜਾਣਿਆ ਹੈ। ਸੰਤਨ ਸੰਗ ਜਾਤਾ ਪੁਰਖ ਵਿਦਾਤਾ, हे ਪੂਰਨ ਅਤੇ ਕਰਮ ਅਨੁਸਾਰ ਫਲ ਪ੍ਰਦਾਤਾ ਪ੍ਰਭੂ,
ਤੂੰ ਸ਼ਾਂਤ ਚਿੱਤ ਮਹਾਤਮਾ ਦੇ ਨਾਲ ਪਾਵਨਾਂ ਦੀ ਸੰਗਤ ਕਰਕੇ ਜਾਣਿਆ ਜਾਂਦਾ ਹੈ। ਘਟ ਘਟ ਨਦਰ ਨਿਹਾਲਿਆ, ਗੁਰਮੁਖਾਂ ਨੇ ਤੈਨੂੰ ਸਰੀਰਾਂ ਵਿੱਚ ਜਾਂ ਚਾਰੇ ਖਾਣੀਆਂ ਦੇ ਘਟਾਂ ਵਿੱਚ ਨਦਰ ਦ੍ਰਿਸ਼ਟੀ ਕਰਕੇ ਵਿਆਪਕ ਦੇਖਣਾ ਕੀਤਾ ਹੈ। ਜੋ ਸਰਣੀ ਆਵੈ ਸਰਬ ਸੁਖ ਪਾਵੈ, ਇਹ ਪ੍ਰਭੂ ਜਿਹੜਾ ਵੀ ਮਨੁੱਖ ਤੇਰੀ ਓਟ ਵਿੱਚ ਆਉਂਦਾ ਹੈ ਉਹ ਲੋਕ ਪਰਲੋਕ ਦੇ ਸਾਰੇ ਸੁੱਖ ਪਾ ਲੈਂਦਾ ਹੈ। ਤਿਲ ਨਹੀਂ ਭੰਨੈ ਘਾਲਿਆ, ਤੂੰ ਤਿਲ ਮਾਤਰ ਵੀ ਕਿਸੇ ਦੀ ਕਮਾਈ ਨੂੰ ਭੰਨਦਾ ਨਹੀਂ, ਭਾਵ ਅਜਾਈ ਨਹੀਂ ਜਾਣ ਦਿੰਦਾ। ਹਰ ਗੁਣ ਨਿਤ ਗਾਏ ਸਹਿਜ ਸੁਭਾਏ, ਇਹ ਗੁਣਾਂ ਦੇ ਸਮੁੰਦਰ ਪ੍ਰਭੂ ਜਿਸ ਨੇ ਤੈਨੂੰ ਸ਼ਾਂਤੀ ਸੁਭਾਅ ਧਾਰ ਕੇ ਗਾਉਣਾ ਕੀਤਾ ਹੈ। ਪ੍ਰੇਮ ਮਹਾਰਸ ਮਾਤਾ, ਉਹ ਤੇਰੇ ਨਾਲ ਪਿਆਰ ਕਰਕੇ ਵੱਡੇ ਬ੍ਰਹਮਾਨੰਦ ਰੂਪ ਰਸ ਦੇ ਵਿੱਚ ਮਸਤ ਹੋ ਜਾਂਦਾ ਹੈ। ਨਾਨਕ ਦਾਸ ਤੇਰੀ ਸਰਣ ਆਈ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ ਅਸੀਂ ਦਾਸ ਅਸੀਂ ਸੇਵਕ ਤੇਰੀ ਸ਼ਰਨ ਵਿੱਚ ਆਏ ਹਾਂ। ਤੂੰ ਪੂਰਨ ਪੁਰਖ ਵਿਧਾਤਾ, ਤੂੰ ਪੁਰਖਾਰਥ ਦੇਣ ਵਾਲਾ ਤੇ ਕਰਮ ਅਨੁਸਾਰ ਫਲ ਬਰਦਾਤਾ ਹੈ। ਹਰ ਪ੍ਰੇਮ ਭਗਤ ਜਨ ਵਿਧਿਆ, ਜਿਨ੍ਹਾਂ ਪੁਰਖਾਂ ਦਾ ਮਨ ਹਰੀ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਬੰਨਿਆ ਗਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨੀਆ ਰਾਮ ਰਾਜੇ। ਸੇ ਆਨ ਕਤ ਜਾਹੇ, ਹਰ ਚਰਨ ਕਮਲ ਮਨ ਵੇਦਿਆ। ਸੋ ਜਿਨ੍ਹਾਂ ਦਾ ਪ੍ਰੇਮਾ ਭਗਤੀ ਚਰਨਾਂ ਦੇ ਵਿੱਚ ਮਨ ਬੰਨਿਆ ਗਿਆ ਉਹ ਪ੍ਰਭੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ, ਅਰਥਾਤ ਉਹਨਾਂ ਦਾ ਜੁਨਾਂ ਵਿੱਚ ਆਉਣਾ ਜਾਣਾ ਮੁੱਕ ਗਿਆ। ਕਤ ਕਿੱਥੇ ਜਾਂਦੇ ਨੇ? ਕਿਤੇ ਵੀ ਨਹੀਂ ਜਾਂਦੇ। ਉਹ ਧਰੂ ਅਟਲ ਅਜ ਹੁਣ ਨਾ ਟਰਿਓ, ਭਗਤੀ ਕਰਕੇ ਅਟਲ ਹੋ ਜਾਂਦੇ ਹਨ। ਧਰੂ ਤਾਰੇ ਦੇ ਸਾਰੇ ਹੀ ਚੱਕਰ ਕੱਟਦੇ ਨੇ। ਸਭ ਤਾਰੇ ਮੰਗਲ ਕੀ ਧਰਤੀ ਚੰਦਰਮਾ ਸੂਰਜ ਸਭ ਘੁੰਮਦੇ ਨੇ, ਪਰ ਇੱਕ ਧਰੂ ਤਾਰਾ ਚੱਲ ਹੈ। ਭਗਤੀ ਜੋ ਕੀਤੀ ਹੈ ਉਹ ਅਚਲ ਹੋ ਗਏ ਹਨ। ਮੀਨ ਬਿਛੋਹਾ ਨਾ ਸਹਾਇ, ਜਿਵੇਂ ਮੱਛੀ ਜਲ ਦਾ ਵਿਛੋੜਾ ਨਹੀਂ ਸਹਾਰ ਸਕਦੀ, ਜਲ ਬਿਨ ਮਰ ਪਾਹੀ। ਜਿਹੜੀ ਮੱਛੀ ਹੈ ਉਹ ਪਾਣੀ ਤੋਂ ਬਗੈਰ ਮਰਨਾ ਪਾਉਂਦੀ ਹੈ। ਇਸੇ ਪ੍ਰਕਾਰ ਮੀਨ ਬਿਛੋਹਾ ਨਾ ਸਹਾਇ, ਸਾਡੀ ਬੁੱਧ ਰੂਪ ਮੱਛੀ ਪ੍ਰਭੂ ਦਾ ਵਿਛੋੜਾ ਨਹੀਂ ਸਹਾਰ ਸਕਦੀ, ਜਲ ਬਿਨ ਮਰ ਪਾਹੀ। ਉਹ ਪ੍ਰਭੂ ਦੇ ਨਾਮ ਰੂਪ ਜਲ ਤੋਂ ਬਿਨਾਂ ਮਰਨਾ ਪਾਉਂਦੀ ਹੈ। ਹਰ ਬਿਨ ਕਿਉ ਰਹੀਐ, ਇਹ ਭਾਈ ਹਰੀ ਪਰਮਾਤਮਾ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ? ਰੋਟੀ ਮਿਲੇ ਨਾ ਮਿਲੇ, ਪਰ ਕਥਾ ਦਾ ਟਾਈਮ ਜ਼ਰੂਰ ਮਿਲਣਾ ਚਾਹੀਦਾ। ਇਹ ਜਿਹੜੇ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਦਾ ਸੁਭਾਅ ਹੁੰਦਾ ਵੀ ਪਾਣੀ ਕੋਈ ਪੁੱਛੇ ਨਾ ਪੁੱਛੇ ਤੇ ਪਰ ਕਥਾ ਤੋਂ ਬਗੈਰ ਚੈਨ ਨਹੀਂ ਆਉਂਦਾ। ਇਉਂ ਜਿਹੜੇ ਕੀਰਤਨੀਏ ਨੇ ਢਾਡੀ ਆਦਿਕ ਗੁਰੂ ਘਰ ਦੇ ਸੇਵਾਦਾਰ ਨੇ, ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ। ਤੇ ਬਾਕੀ ਖਾਣਾ ਪੀਣਾ ਬਾਕੀ ਕੰਮ ਬਾਅਦ ਦੇ ਵਿੱਚ। ਜੇ ਮਹਾਰਾਜ ਦੀ ਕਿਰਪਾ ਹੋ ਜਾਏ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ਣ, ਫਿਰ ਹੋਰ ਕੀ ਚਾਹੀਦਾ ਹੈ।
ਤੇ ਇਸ ਲਈ ਗੁਰਦੁਆਰੇ ਤੋਂ ਬਗੈਰ ਸਾਡੀ ਜਗ੍ਹਾ ਹੀ ਕੋਈ ਨਹੀਂ। ਬੰਦਾ ਕਿੱਥੇ ਜਾਊਗਾ, ਦਿਲ ਹੀ ਨਹੀਂ ਲੱਗਦਾ। ਤੋ ਮਹਾਰਾਜ ਸੱਚੀ ਗੱਲ ਹੈ ਵੀ ਤੇਰੇ ਤੋਂ ਬਗੈਰ ਤੂੰ ਦੱਸ ਅਸੀਂ ਕਿਵੇਂ ਰਹਿ ਸਕਦੇ ਹਾਂ। ਜਿਹੜਾ ਬੱਚਾ ਹੁੰਦਾ ਹੈ, ਚੰਗਾ ਭਲਾ ਮੇਲਾ ਲੱਗਾ ਹੁੰਦਾ, ਚਾਹ ਪਕੌੜੇ ਬੜਾ ਕੁਛ ਉੱਥੇ ਵਰਤਦਾ। ਜੇ ਤਾਂ ਮਾਂ ਨਾਲ ਹੈ ਫਿਰ ਤਾਂ ਜਾਣ ਬੁੱਝ ਕੇ ਸੱਜੇ ਖੱਬੇ ਭੱਜੂਗਾ, ਖਾਣ ਪੀਣ ਵਿੱਚ ਮਸਤੀ ਮਾਰੂ, ਖੇਡੂਗਾ। ਤੇ ਜੇ ਰੱਬ ਨਾ ਕਰੇ ਉਹ ਮਾਂ ਤੋਂ ਵਿਛੜ ਗਿਆ, ਗਵਾਚ ਗਿਆ, ਮੁੜ ਕੇ ਕਿੱਥੇ ਆਈਸਕ੍ਰੀਮਾਂ, ਫਿਰ ਨਹੀਂ ਕੁਛ ਵੀ ਚੰਗਾ ਲੱਗਦਾ। ਤੇ ਇਸ ਵਾਸਤੇ ਮਾਂ ਦੇ ਨਾਲ ਹੀ ਸਾਰੀਆਂ ਗੱਲਾਂ ਬਾਤਾਂ ਨੇ। ਜਦੋਂ ਵਿਛੜ ਗਏ ਉਦੋਂ ਜਿਹੜੇ ਪਦਾਰਥ ਨੇ ਉਹ ਵੀ ਕਿਸੇ ਕੰਮ ਨਹੀਂ ਆਉਂਦੇ, ਬੰਦਾ ਦੁਖੀ ਹੋ ਕੇ ਰੋਂਦਾ। ਇਹ ਮਹਾਰਾਜ ਇਹ ਦੁਨੀਆ ਸਾਡੇ ਕਿਸ ਕੰਮ ਹੈ, ਤੇਰੇ ਤੋਂ ਬਗੈਰ ਅਸੀਂ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰ ਵੇਖੋ, ਜਿਨ੍ਹਾਂ ਦਾ ਇਹ ਸ਼ਬਦ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਏ ਬਰੇ ਤੁਧ ਭਗਵੰਤ, ਮੋਹਿ ਰਹਿ ਨ ਵਿਹਾਵੇ ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਔ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਸਾਡੀ ਇੱਕ ਕਾਣੀ ਕੌਡੀ ਵੀ ਕੀਮਤ ਨਹੀਂ। ਤੇ ਤੇਰੇ ਚਰਨਾਂ 'ਚ ਤੇ ਭਾਵੇਂ ਕੋਈ 10 ਲੱਖ ਤੇ ਕਰੋੜ ਰੁਪਈਆ ਰੱਖਦੇ ਉਹ ਵੀ ਥੋੜਾ ਹੈ, ਇੰਨਾ ਮੁੱਲ ਪੈ ਜਾਂਦਾ। ਜਿਵੇਂ ਜਿਹੜੇ ਸਾਧ ਸੰਗਤ ਜੀ ਉਹ ਤਾਰੇ ਨੇ, ਤਾਰੇ ਉਹ ਸੂਰਜ ਦੇ ਪ੍ਰਕਾਸ਼ ਦੇ ਨਾਲ ਹੀ ਚਮਕਦੇ ਨੇ। ਜੇ ਕੋਈ ਚਮਕਾਰਾ ਮਾੜਾ ਮੋਟਾ ਹੈ ਤੇ ਉਹ ਸੂਰਜ ਦੀ ਕਿਰਪਾ ਨਾਲ ਹੀ ਹੈ। ਜੇ ਸੂਰਜ ਪ੍ਰਕਾਸ਼ ਨਾ ਦੇਵੇ ਤਾਰੇ ਚਮਕਣ ਕਿੱਥੋਂ? ਜਿੰਨਾ ਚਿਰ ਸੂਰਜ ਦੇ ਕੋਲ ਰਹਿੰਦੇ ਨੇ ਉਹਨਾਂ ਚਿਰ ਤਾਂ ਉਹਨਾਂ ਦਾ ਪ੍ਰਕਾਸ਼ ਨਿੰਮਾ ਰਹਿੰਦਾ, ਪਰ ਹੁੰਦੀ ਸੂਰਜ ਦੀ ਕਿਰਪਾ ਹੀ ਹੈ। ਜਦ ਸੂਰਜ ਅਸਤ ਹੋ ਜਾਂਦਾ ਇਹ ਤਾਰੇ ਇਉਂ ਚਮਕਦੇ ਜਿਸ ਤਰ੍ਹਾਂ ਉਹ ਆਪ ਹੀ ਸੂਰਜ ਹੋਣ। ਇਉਂ हे महाराज तेरी बाणी दा ही सारा तेज प्रताप है। दुख किन सहिया दुख नो किंज सहार न करिए, संसार दे दुखी बहुत ज्यादा ने। चातृक बूंद प्यासिया भाव दुख सहारे नहीं जाते। जिवें बबीआ स्वांति बूह दा प्यासा हुंदा, इउं साडा चेतरू बबीआ प्रभु दे नाम रूप दर्शन रूप स्वांति बूंद दा प्यासा है। कब रैन बिहावे जिवें चकवी कहंदी है कि कदों ये रात बतीत होवे ते मैं आप दे पति चकवे नूं देख के चकवी सुख पावा। चकवी कहंदी है कि मैं चकवे नूं वेख के सुख पाउणा करां। सूरज किरण परगासिया इस लई सूरज दियां किरणां दा प्रकाश होवे कदों दिन चढ़े इसे प्रकार। कब रैन बिहावा चकवी दी तरह ने जगियासो कहंदे ने कि कदों मेरी अविद्या रूप रात बतीत होवेगी। चकवी सुख पावा जिहड़ी जगियासु रूप चकवी है वो कहंदी है मैं ब्रह्म रूप चकवे नूं मिल के कदों आनंद पावांगा। सूरज किरण परगासिया इस लई गुरु रूप सूरज अपनी उपदेश रूप किरणां दा मेरे ते कदों प्रकाश करनगे। वो कद दिन आवेगा जै ज्ञान प्रकाश अज्ञान मंडंत। हर दरस मन लागा जिस दिन परमात्मा दे दर्शनां दे विच मेरा हिरदा लगिया भाव जुड़िया दिन सुभागा वो दिन श्रेष्ठ भागा वाला हो गया। धन सुवेला घड़ी धन धन मूर्त पलसार धन सु दिन से संजोगड़ा जित डिठा
गुर दरसार साई घड़ी सुलखनी सिमरत हर नाम। अण दिन हर गुण गाही। इस लई हुण असीं दिन रात हरि परमात्मा दे गुण गाउणा करदे हां या गुणां नूं ग्रहण करदे हां। नानक दास कहै बेनंती। दासा भाव धार के सतगुरु साहिब जी बेनती पूर्वक कथन करदे हन। कत हर बिन प्राण टिकाही। कि हरि परमात्मा तो बिना साडे प्राण किस प्रकार टिक सकदे, भाव नहीं टिक सकदे। सास बिना ज्यों दियोहरी। जिमें श्वासा प्राणा तो बिना ये जड़ी देही है। कत शोभा पावै। किथे शोभा पाउंदी, भाव कोई शोभा नहीं पा सकदी। तरस बेहुना साध जन। इसी प्रकार परमात्मा दे दर्शना तो बिना जिहड़े साधु महात्मा जन हन खिन टिकन न आवै। एक छिन मात्र भी अस्तित्व होने विच नहीं आउंदे, उन्हां नूं चैन नहीं आउंदा। जे धरती सब कंचन कर दीजै। वैरागी संतां महात्मा नूं भावें सारी धरती सोने दी बना के दिखा दिओ, पर बिन नामै अवर न पाया नाम। हरि तो बगैर उन्होंने कुछ होर चंगा नहीं लगता। साध संगत जीओ, ये आप दी मर्जी नाल नहीं कुछ भी हुंदा। जे वाहिगुरु दी कृपा होवे तां ही अवस्था बनदी है। ये अवस्था बहुत उच्ची है, रब दी कृपा तो बगैर नहीं बन सकती है। यतन दे नाल जे बंदा सोचे कि मैं इंज करा, इस तरह नहीं हो सकता। हर बिन जो रहना। एक अवस्था है कि परमात्मा तो बिना जिहड़ा रहना है, जीना है। ये अवस्था सी डॉक्टर भाई साहब भाई वीर सिंह जी दी, जिहड़े उच्च कोटि दे पंजाबी दे राइटर सन पर वैरागी सन। महापुरख संत ज्ञानी गुरबचन सिंह जी खालसा पिंडां वाले संत, महापुरख बाबा ठाकुर सिंह साहब, बाबा जरनैल सिंह साहब जी। बड़िया लोगों ने उन्होंने खरीदने की कोशिश की भी करोड़ रुपया ले लो, पर यह गल कहनी बंद कर दिओ कि सिखो तुसी गुलाम हो। महापुरख कहते नहीं भाई, पैसा की आपां करना। इंज जिहड़े खरीदे नहीं जाते फिर उन्हां दीयां तस्वीरां मुल विकदियां हन। नरक सुसहना। जिहड़ा परमात्मा तो बिना रहना है, जीना है, वो नरक सहारन दे बराबर है। छोटे छोटे महाराज दे साहिबजादे सीगे, आख्या तुहाडे लालचां दे उपर साडे पैर दी जुत्ती ठा करके पैर धरती ते मारिया। आ वेख तेरी नवाबी ते साडी जुत्ती, ओए तूं की सानू समझिया, सानू न्याणे समझिया भी असीं तेरे लालच विच आके सिੱਖੀ त्याग दियांगे। साडे परदादे गुरु अर्जन साहब तती तवी ते बह गए। श्री गुरु तेग बहादुर दादा जी ने शीश बलिदान दिता। साडा प्यो नहीं किसी दे कोलों खरीदिया गया। तू सानू किवें काबू कर लेगा? ओए आपां नहीं तेरे कोलों कुछ भी लेना। अजकल भी यही काम चल रहा। कैनेडा दे विच भी मैं वेखिया जिहड़े रैड इंडियन ने, उत्थों दे मूल आदिवासी, गौरमेंट ने उन्होंने सब कुछ फ्री किया होया। मतलब शराब की पूरी पेटी, आला किस्म की बीयर शराब उन्होंने फ्री खाते पहुँचा देंगे भी ये पींदे रहन ते सुते रहन। इन्हों सोचने का मौका ही ना मिले भी कनेडा देश साडी धरती है। कब्जा किया होया गोरिया ने, होर ना कम्यूनिटी वाले ने। मतलब जिस बंदे नूं तुसीं खरीदना है उन्होंने खाना पीना फ्री दे दिओ, खास करके नशे पते। यही कुछ पंजाब दे विच है। ते मैं गल वेखी है भी जिहड़ा फ्री हुंदा है वो फ्री नहीं हुंदा है, देण वाले दी मनसा हुंदी है। कादी मनसा? मझ नूं चोना होवे ते उन्होंने फीड पाई दी है, चंगा सोहना बड़ा खाना देना पाई दा,
ਤੋਤਿਆਂ ਨੂੰ ਪਿੰਜਰੇ 'ਚ ਪਾਉਣਾ ਹੋਵੇ ਤੇ ਕਾਬੂ ਕਰਨ ਲਈ ਕੁਛ ਨਾ ਕੁਛ ਤਾਂ ਉਹਨਾਂ ਨੂੰ ਪਾਉਣਾ ਪਊਗਾ। ਤੋ ਇੰਜ ਗੁਲਾਮੀ ਦੀ ਨਿਸ਼ਾਨੀ ਹੈ ਜਿਹੜਾ ਫਰੀ ਖਾਣਾ ਹੈ, ਜਿਹੜਾ ਕੰਮ ਕਰਕੇ ਖਾਣਾ ਇਹ ਆਜ਼ਾਦੀ ਹੈ। ਤੁਸੀਂ ਵੇਖੋ ਵੀ ਤੁਹਾਨੂੰ ਮੁੜਕਾ ਆਊਗਾ, ਭਾਵੇਂ ਆਪਦਾ ਟੇਬਲ ਹੀ ਸਾਫ਼ ਕਰੋ ਰੋਟੀ ਖਾਣ ਲਈ, ਮਨ ਖੁਸ਼ ਹੋਊਗਾ, ਪ੍ਰਸ਼ਾਦਾ ਛਕ ਕੇ ਮਨ ਪ੍ਰਸੰਨ ਹੋਊਗਾ। ਫਰੀ ਖਾ ਕੇ ਮੱਤ ਮਾਰੀ ਜਾਂਦੀ ਹੈ। ਇਉਂ ਫਰੀ ਫਰੂ ਕੁਛ ਨਹੀਂ, ਸਮਝ ਲਓ ਵੀ ਬੰਦਾ ਗੁਲਾਮ ਹੈ। ਤੋ ਹੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਤੇਰੇ ਤੋਂ ਬਗੈਰ ਐਵੇਂ ਸਭ ਕੁਝ ਖਾਈ ਪੀਵੀ ਜਾਣਾ, ਢਿੱਡ ਦੀ ਹੱਥ ਵਿਰਿਆ, ਬੜਾ ਸੁੱਖ ਹੈ ਜੀ, ਸੁੱਖ ਸਾ ਕੋਈ ਨਹੀਂ। ਇਹ ਤਾਂ ਨਰਕ ਭਰੀ ਜ਼ਿੰਦਗੀ ਹੈ। ਆਜ਼ਾਦੀ ਦੀ ਇੱਕ ਛਿਨਵੀਂ ਜਿਹੜੀ ਹੈ ਉਹ ਮੈਨੇ ਰੱਖਦੀ ਹੈ। ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੀ ਆਜ਼ਾਦੀ ਦੀ ਜ਼ਿੰਦਗੀ ਹੈ ਇਹ 4 ਦਿਨਾਂ ਦੀ ਵੀ ਬੜੀ ਸੋਹਣੀ ਹੈ। ਗੁਲਾਮੀ ਦਾ ਹੈ ਹੀ ਗੁਲਾਮੀ ਹੈ। ਇਸ ਲਈ ਹਰ ਬਿਨ ਜੋ ਰਹਿਣਾ, ਤੇਰੇ ਤੋਂ ਬਗੈਰ ਜਿਹੜਾ ਰਹਿਣਾ ਹੈ ਨਰਕ ਸੋ ਸਹਿਣਾ। ਮਹਾਰਾਜ ਇਹ ਨਰਕਾਂ ਦੇ ਸਹਾਰਨ ਦੇ ਬਰਾਬਰ ਹੈ। ਭਾਵੇਂ ਜਿੰਨਾ ਮਰਜ਼ੀ ਸੋਨਾ ਕੋਈ ਦੇ ਦੇ, ਚਾਂਦੀ ਦੇ ਦੇ, ਖਾਣ ਪੀਣ ਨੂੰ ਫਰੀ, ਨਸ਼ਾ ਪਤਾ ਦੇ ਦੇ। ਜਿਹੜੇ ਫੀਮੀ ਬੋਸਤੀ ਨੇ, ਜਿਹੜਾ ਬੰਦਾ ਉਹਨਾਂ ਕਾਬੂ ਕਰਨਾ ਹੋਵੇ ਉਹ ਆਪਦੀ ਜੇਬ ਦੇ ਵਿੱਚੋਂ ਫੀਮ ਕੱਢ ਕੇ ਦਿੰਦੇ ਨੇ। ਇਹ ਗੱਲ ਮੈਂ ਵੇਖੀ ਪਰਤਾਈ ਹੈ। ਉਹ ਲੈ ਤੂੰ 100 ਰੁਪਏ ਤੋਂ ਡਰਦਾ, ਲੈ 100 ਰੁਪਇਆ ਮੈਂ ਤੇਰਾ ਲਾ ਦਿੰਦਾ। ਸਟਰਾਈਕ ਹੋਈ ਹੈ, ਕਾਲਜ ਪੜ੍ਹਾਈ ਤਾਂ ਹੋਣੀ ਨਹੀਂ, ਘਰ ਜਾ ਕੇ ਕੀ ਕਰਨਾ? ਚਲੋ ਸਿਨੇਮੇ ਚੱਲਦੇ ਆ, ਮੈਂ ਤੇਰੀ ਟਿਕਟ ਖਰਚਦਾ। ਉਹ ਬੰਦੇ ਨੂੰ ਚੇਟਕ ਲਾ ਕੇ ਅਗਲੇ ਦਿਨ ਕਹਿਣਾ ਲਿਆ ਕੱਲ ਮੈਂ ਖਰਚੀ, ਹੁਣ ਤੂੰ ਖਰਚ। ਇਸ ਤਰੀਕੇ ਦੇ ਨਾਲ ਫਰੀ ਫਰੂ ਕੁਛ ਨਹੀਂ ਹੈ। ਨਰਕ ਭਰੀ ਜ਼ਿੰਦਗੀ ਹੈ, ਸਮਝ ਲਓ। ਚਰਨ ਚਰਨ ਕਮਲ ਮਨ ਬੇਦਿਆ, ਇਉਂ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਵਿੱਚ ਬੰਨਿਆ ਗਿਆ ਹੈ। ਮਾਂ ਪਿਓ ਹਮੇਸ਼ਾ ਬੱਚਿਆਂ ਨੂੰ, ਖਾਸ ਕਰਕੇ ਆਪਦੀਆਂ ਧੀਆਂ ਰਾਣੀਆਂ ਨੂੰ ਸਮਝਾਉਂਦੇ ਵੀ ਧੀਏ ਰਾਣੀਏ, ਕਿਸੇ ਕੋਲੋਂ ਰਾਈਡ ਵੀ ਨਹੀਂ ਲੈਣੀ। ਆ ਟੈਂਪੂ ਵਾਲੇ ਨੂੰ ਰੁਪਈਏ 20 ਦਿਓ, ਆਪਦੀ ਟਿਕਟ ਆਪ ਖਰਚੋ, ਪਰ ਫਰੀ ਨਾ ਕਿਸੇ ਦੇ ਪਿੱਛੇ ਬੈਠੋ। ਉਹ ਸਾਡੇ ਸਿੰਘ ਦਾ ਬੈਗ ਹੀ ਲੈ ਕੇ ਕੋਈ ਹਰਨ ਹੋਇਆ। ਸਿੰਘਾਂ ਦੇ ਕੋਲ ਕੀ ਹੁੰਦਾ? ਕਸ਼ਹਿਰੇ ਤੇ ਚੋਲੇ, ਵਿਚਾਰਾ ਵੇਖੇ ਤਾਂ ਠਾ ਨਵੇਂ ਸਵਾ ਕੇ ਮੈਥੋਂ ਲਿਆਂਦੇ ਸੀ। ਲੁਧਿਆਣਿਓਂ ਸਟੇਸ਼ਨ 'ਤੇ ਉਤਰਿਆ, ਕਿਸੇ ਨੇ ਮਗਰ ਬਿਠਾ ਲਿਆ। ਮੈਂ ਕਿਹਾ ਵੀ ਕੋਈ ਨਹੀਂ, ਤੂੰ ਤਾਂ ਚੰਗਾ ਬੜਾ ਨਾ, ਕਸ਼ਹਿਰੇ ਪਰ ਨੇ ਹੋਰ ਆਪਾਂ ਸਵਾ ਲਵਾਂਗੇ। ਸੰਤੇ ਮਾਜਰੇ ਉਹ ਸੇਵਾ ਕਰਦਾ ਵਿਚਾਰਾ, ਬੜਾ ਹੀ ਭਲਾ ਮਾਨਸ, ਭੋਲਾ ਬੰਦਾ। ਇਉਂ ਫਰੀ ਫਰੂ ਕੁਛ ਨਹੀਂ ਹੈ, ਬੰਦੇ ਲੁੱਟ ਲੈਂਦੇ ਨੇ। ਨਿਆਣਿਆਂ ਨੂੰ ਆਖੀਦਾ ਵੀ ਕੋਈ ਚੀਜ਼ ਕਿਸੇ ਦੀ ਡਿੱਗੀ ਉਹਦੇ ਵੱਲ ਵੇਖਣਾ ਨਹੀਂ, ਕੀ ਪਤਾ ਕੀ ਹੋਵੇ। ਤੇ ਇਸ ਵਾਸਤੇ ਬੰਦਾ ਪਕੜ ਕੇ ਤੇ ਆਪਦੇ ਮਗਰ ਹੀ ਲਾ ਲਵੇ। ਤੋ ਇਸ ਵਾਸਤੇ ਮਹਾਰਾਜ ਦੇ ਜਿਹੜੇ ਸੰਤ ਨੇ, ਪਿਆਰੇ ਨੇ, ਉਹ ਨਹੀਂ ਕਿਸੇ ਤੋਂ ਲੈਂਦੇ, ਉਹਦਾ ਖਾਂਦੇ ਵੀ ਨਹੀਂ, ਹੱਥ ਵੀ ਨਹੀਂ ਲਾਉਂਦੇ। ਕਹਿੰਦੇ ਆਪਦੇ ਘਰ ਰਾਜੀ ਰਹੋ, ਸਾਨੂੰ ਮਹਾਰਾਜ ਦੇਣ ਵਾਲਾ। ਜਿਹਦਾ ਪਿਓ ਏਡਾ ਵੱਡਾ ਸ਼ਹਿਨਸ਼ਾਹ ਹੋਵੇ, ਉਹਨੂੰ ਕਿਸੇ ਕੋਲੋਂ ਭਲਾ ਲੈਣ ਦੀ ਕੀ ਜ਼ਰੂਰਤ ਹੈ। ਇਸ ਲਈ ਇਹ ਮਹਾਰਾਜ ਤੇਰੀ ਬਾਣੀ, ਤੇਰਾ ਨਾਮ, ਤੇਰਾ ਨਿਤਨੇਮ, ਤੇਰੀ ਸਿੱਖੀ ਚਾਹੀਦੀ ਹੈ। ਇਹ ਨਹੀਂ ਵੀ ਚੱਲ ਰਾਧਾ ਸੁਆਮੀ। ਜਿਹੜਾ ਬੰਦਾ ਗੱਡੀ ਭਰ ਕੇ ਲਿਜਾਵੇ, ਕਹਿੰਦੇ ਉਹਨੂੰ ਸੋਨੇ ਦਾ ਕੜਾ ਪਾਉਂਦੇ ਨੇ, ਹੱਥਾਂ 'ਤੇ ਚੁੱਕਦੇ। ਪ੍ਰਚਾਰਕ ਜੇ ਜਾਵੇ, ਕਹਿੰਦੇ ਵੀ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਅੰਮ੍ਰਿਤ ਛਕੋ, ਜਿੰਨੇ ਮਰਜ਼ੀ ਪੈਸੇ ਚੁੱਕੋ, ਆ ਕੋਠੀ ਲਓ, ਕਾਰ ਲਓ, ਜੋ ਮਰਜ਼ੀ। ਆ ਸਾਈ ਜਿਹੜੇ ਨੇ 5-5, 7-7 ਲੱਖ ਰੁਪਈਆ ਦੇ ਕੇ ਘਰ ਬਣਾ ਦਿੰਦੇ ਨੇ, ਫਰੀ ਹੌਸਪੀਟਲਾਂ ਦਾ ਸਭ ਕੁਛ। ਇਸ ਲਈ ਆਪਾਂ ਤਾਂ ਹੱਥ ਹੀ ਜੋੜਦੇ ਹਾਂ। ਮੁੱਲ ਦਾ ਸਭ ਕੁਛ ਕਰਨਾ ਠੀਕ ਹੈ, ਪਰ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਤਾਂ ਕੋਈ ਲਾਮਾ ਤੇ ਨਹੀਂ ਨਾ। ਇਹ ਤਾਂ ਨਹੀਂ ਨਾ ਰੱਬ ਆਖੂਗਾ ਵੀ ਲਾਲਚ ਦੇ ਵਿੱਚ ਤੁਸੀਂ ਗੁਰੂ ਨੂੰ ਛੱਡ ਦਿੱਤਾ। ਪੁਰਾਣੇ ਸਿੰਘਾਂ ਨੂੰ ਵੇਖੋ, ਉਹ ਬੰਦ ਕਟਵਾ ਗਏ, ਆਪਦਾ ਖੋਪਰਾ ਮਰ ਲਵਾ ਗਏ, ਪਰ ਉਹ ਟੱਸ ਤੋਂ ਮਸ ਨਹੀਂ ਹੋਏ। ਆਪਾਂ ਨਿੱਕੀ ਜੀ ਗੱਲ ਤੋਂ ਹੀ ਚੱਟ ਜੂੜਾ ਵਢਾ ਕੇ ਅਗਲੇ ਦੇ ਹੱਥ ਫੜਾ ਦਿੰਦੇ ਆ। ਕੋਈ ਪਾਸਪੋਰਟ ਦੇ ਵੀਜ਼ਾ ਲਾਵੇ ਸਹੀ ਸਾਡਾ। ਉਹ ਸਾਡੇ ਪਿੰਡ ਦਾ ਇੱਕ ਮੁੰਡਾ, ਮੈਨੂੰ ਯਾਦ ਹੈ, ਮਾਲਟਨ ਗਿਆ, ਦਫ਼ਤਰ 'ਚ ਮੈਂ ਬੈਠਾ ਹੋਇਆ। ਉਹ ਮੈਂ ਕਿਹਾ ਤੂੰ ਤਾਂ ਕਮਲਿਆ ਹੋਇਆ, ਜਨਾਨੀਆਂ ਵਰਗਾ ਰੂਪ ਬਣਾਇਆ ਹੋਇਆ, ਚੰਗਾ ਮੇਕਅਪ ਸੁੱਟਿਆ। ਕਹਿੰਦਾ ਕੀ ਕਰੀਏ ਜੀ, ਪਾਸਪੋਰਟ ਵੇਖੋ। ਏਜੰਟ ਨੇ ਸਿਰ ਵਢਾ ਕੇ ਤੇ
मेकअप करके चढ़ाया भी फोटो ना तेरा चेहरा मिलता हो। मैं कहा ओहो सरदारां दा मुंडा। वो अल नगर च सरदार वजदी है, मुंडा सरदारां दा, कनेडा के वीजे लिए सब कुछ आप करन नूं तैयार हाँ। तो इस वास्ते वो भी तो महाराज दे सिंह सीगे। वेखो किन्नी चढ़दी कला विच बाबा हनुमान सिंह जी खरीदे जाते। तो मैं हमेशा ही ये सोचता रहिंदा हाँ भी साडा की बनदा, ये देश आज़ाद किवें हुंदा, इन्हां सिंघां दीयां कुर्बानियां करके। वेखो डोगरे सरदार वेख गए तो 100 साल सानू दुख भोगना पिया। इन्हां क्रांतिकारी शहीदां दी किरपा दे नाल ही अज आप वेखो क्या सोहने महल दे विच बैठे हुए हैं। इवें एक घड़ी दी जिंदगी है, तो जे बंदा चढ़दी कला दे विच रहे तो दुनिया याद करती है। महाराज कहते ने रब दे प्यारियां दे मन विच ये वैराग है कि परमात्मा तो बिना नरकां जे जरवाणियां दी गल मन जांदा ते ओदी चढ़दी कला सीगी, पर उन्हें आपदे पुत्र दा भी साध संगत जी कलेजा कढ़वा के मूँह च पवा लिया, शहीदी करवा दी, पर आपदे सिदक तो नहीं डोलिया। क्यों महाराज कहते ने चरण कमल मन विद्या, संतां जनां दा मन हरि या गुरां दे चरण कमलों च बन्निया गया मिलिया होया है। हर रसक बैरागी, जो हरि सब रसा में च रसिया हो रहा, उसका जिहड़ा वैरागी प्रेमी हो करके उसके नाम दे विच नाम लिव लागे, नाम दे विच बिरती ला के रखदा है, प्रीति ओदी लगी हुई है। उन्हां वैरागी महात्मा की तुहानूं कथा सुना रहे हैं। इसे प्रकार हर रसक बैरागी, जो हरि दे नाम दे रसीए अते पदार्थां वल्लों वैरागवान होए हन, नाम लिव लागे, उन्हां दी हर हर नाम दे विच लिव लगदी है। कतहु ना जाए नखिद्या, उन्हां नूं कदे भी निकारिया नखेड़िया नहीं जा सकता है। हर सो जाए मिलना, महाराज फरमाउंदे ने साध संग रहना, जो भावें भुखे रहिए ते भावें प्यासे रहिए, तुसी मर्दानी दा जीवन वेखो। मैं तो सोच सोच बहुत बार हैरान होंदा, जदों भी गुरु के लंगर विच बैठी दा ते साध संगत देसी घ्यो नाल चोपड़े प्रशादे छकाउंदी है, तो भाई मरदाना जी की याद आती है भी जे भाई साहब होण पहला आपां उन्हां नूं भोग लवाइए भी लो भाई साहब। वेखो जिंदगी उन्होंने भुखियां ही गुजारती, तो 1000 तरले महाराज दे मारदे तां किते महाराज इजाजत दिंदे भी जा पानी पिया। वो भी वली कंधारी वर्गे ना मत्था लग जाता, किन्ना कष्ट वेखो। पानी की पियोना पत्थर ही रोड़ता भी लो, बंदा दिसे ही ना। इन्ना भी हंकार कादा होया। गुरुद्वारा पंजा साहब महाराज ने बेअंत जीवां दी कल्याण कीती है। इउं रब दे प्यारियां दा जीवन है कि रहना साध संगत दे विच ही, भावें भुखे रहना पवे ते भावें गरीबी दे विच रहना पवे। ये संगत साध संगत जिहड़ी है, साध संगत सचखंड है, आए च रुख है खुले बारी। ये समझ लो सचखंड दे विच रहना है, जो हरि परमात्मा दे नाल मिल के रहना है, वो जाके समझ लो संगत विच मिलना है। सो सुख अंक न मावै, सीता जी नू राम जी ने आखिया सीगा कि तू राजकुमारी है ते मैं 14 साल जंगल विच रहना, ते तू एवें वाधू दा क्यों दुख भोगना। उथे शेर चीते बगियाड़ खाना पीना कुछ भी नहीं, भुखे रहना पै सकता है। जंगल दे विच बड़ियां मुश्किलां कुदरती आफतां दा सामना करना पैना, तू क्यों कष्ट पैंदी है? कहंदी नहीं, पति दे चरनां दे विच भावें छत तो बगैर भी है, भुखे भी रहना वो भी प्रमाण है, क्योंकि वो हज़ारां ही स्वर्गां दे सुखां दे बराबर है।
ਉਹਨੂੰ ਮਹਾਤਮਾ ਨੂੰ ਜੋ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੁੰਦਾ, ਉਹ ਸੁੱਖ ਉਹਦੇ ਹਿਰਦੇ 'ਚ ਸਮਾਉਂਦਾ ਨਹੀਂ, ਭਾਵ ਬੇਅੰਤ ਸੁੱਖ ਮਿਲਦਾ ਹੈ। ਉਹ ਕਿਰਪਾਲ ਨਾਨਕ ਕੇ ਸੁਆਮੀ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਿਵੇਂ ਸੀਤਾ ਨੇ ਰਾਮ ਨੂੰ ਆਪ ਦਾ ਮਾਲਕ ਜਾਣਿਆ, ਇਉਂ ਸਾਡੇ ਜਨਾਂ ਦੇ ਮਾਲਕ ਪਰਮਾਤਮਾ ਤੁਸੀਂ ਹੀ ਹੋ, ਤੇ ਸਾਡੇ ਉੱਪਰ ਹੋ ਕਿਰਪਾਲ, ਮਿਹਰਬਾਨ ਹੋਣਾ ਕਰੋ। ਸਾਨੂੰ ਕੁਛ ਨਹੀਂ ਚਾਹੀਦਾ, ਆਪਦੇ ਚਰਨਾਂ ਵਿੱਚ ਨਿਵਾਸ ਚਾਹੀਦਾ। ਜਿਵੇਂ ਭਾਈ ਮਹਾਂ ਸਿੰਘ ਨੇ ਵੇਖੋ 40 ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਕੇ ਵਿਦਾਵਾ ਪੜਵਾਇਆ, ਸ਼ਹੀਦ ਹੋਣਾ ਮਨਜ਼ੂਰ ਕੀਤਾ, ਪਰ ਆਪ ਦੇ ਲਈ ਹੋਰ ਕੁਛ ਨਹੀਂ ਮੰਗਿਆ। ਹਰ ਚਰਨ ਸੰਗ ਸਮਾਵੈ। ਇਹ ਹਰੀ ਵਿਦਾਵਾ ਪਾੜ ਕੇ ਆਪਦੇ ਚਰਨਾਂ ਨਾਲ ਮੇਲ ਲਵੋ, ਪੁੱਟੀ ਗੰਢ ਲਵੋ ਜੀ। ਸੋ ਚਰਨ ਕਮਲਾਂ ਦੇ ਨਾਲ ਸਾਡਾ ਮਨ ਸਮਾ ਜਾਵੇ ਤਾਂ ਗੁਰੂ ਸਾਹਿਬ ਕਿਰਪਾ ਕਰਕੇ ਟੂਟੀ ਗਾਢਣ ਹਾਰ ਗੋਪਾਲ ਹਨ। ਖੋਜਤ ਖੋਜਤ ਪ੍ਰਭ ਮਿਲੇ। ਪਤਾ ਨਹੀਂ ਕਈ ਜਨਮਾਂ ਦੇ ਕੁੱਤੇ ਬਿੱਲੇ ਸੱਪ ਠੂਹੇ ਬਣ ਕੇ ਆਪਾਂ ਲੱਭਦੇ ਫਿਰਦੇ ਸੀ ਰੱਬ ਨੂੰ। ਸਾਧੂਆਂ ਦੀ ਸੰਗਤ ਦੁਆਰਾ ਮਸਾਂ ਮਸਾਂ ਤਾਂ ਪ੍ਰਭੂ ਜੀ ਮਿਲੇ ਨੇ, ਪ੍ਰਾਪਤ ਹੋਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਹੋਈ ਹੈ। ਹਰ ਕਰੁਣਾ ਤਾਰੇ। ਕਿਵੇਂ ਨੇ ਹਰੀ ਪ੍ਰਭੂ ਜੀ ਆਪਣੀ ਕਿਰਪਾ ਧਾਰਨ ਕਰਕੇ ਮਿਲੇ ਹਨ, ਇਸ ਲਈ ਇਹਨਾਂ ਨੂੰ ਪੜ੍ਹਦੇ ਹੀ ਰਹੋ ਹਮੇਸ਼ਾ। ਸਹਿਜ ਪਾਠ, ਅਖੰਡ ਪਾਠ ਸਾਹਿਬ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੋ। ਸਿੱਖ ਦਾ ਜਨਮ ਆਪਾਂ ਜਿੱਥੇ ਮਰਜੀ ਭੱਜੇ ਫਿਰਦੇ ਰਹੀਏ, ਇਹ ਤਾਂ ਇੱਕ ਗੁਜ਼ਾਰੇ ਮਾਤਰ ਹੈ। ਸਿੱਖ ਦਾ ਜਨਮ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਹੁੰਦਾ ਹੈ। ਨਿਰਗੁਣ ਨੀਚ ਅਨਾਥ ਮੈਂ ਗੁਣਾ ਤੋਂ ਹੀਣਾ, ਪਤਿਤ ਕਰਮਾਂ ਨੂੰ ਕਰਨ ਵਾਲਾ, ਤੇ ਨਾਮ ਰੂਪ ਧਨ ਤੋਂ ਹੀਣਾ ਯਤੀਮ ਸੀਗਾ। ਨਹੀਂ ਦੁੱਖ ਵਿਚਾਰੇ। ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਦੋਸ਼, ਸਾਡੇ ਐਬ ਨਹੀਂ ਵਿਚਾਰੇ, ਆਪਦੇ ਚਰਨਾਂ ਵਿੱਚ ਜਗ੍ਹਾ ਬਖਸ਼ੀ ਹੈ। ਨਹੀਂ ਦੁੱਖ ਵਿਚਾਰੇ। ਉਸ ਪ੍ਰਭੂ ਨੇ ਮੇਰੇ ਕੋਈ ਵੀ ਐਬ ਨਹੀਂ ਵਿਚਾਰੇ। ਪੂਰਨ ਸੁਖ ਸਾਰੇ। ਸਾਰੇ ਸੁਖ ਪੂਰਨ ਤੌਰ ਤੇ ਦੇ ਦਿੱਤੇ ਨੇ। ਇਹ ਉਸ ਪ੍ਰਭੂ ਪਰਮਾਤਮਾ ਦਾ ਪਾਵਨ ਬਿਰਦ ਬਖਾਨਿਆ। ਪਵਿੱਤਰ ਪਤਿਤ ਪਾਵਨ ਧਰਮ ਵਰਣਨ ਕੀਤਾ ਹੈ। ਭਗਤ ਵਸਲ ਸੋਨਾ। ਉਸ ਪ੍ਰਭੂ ਨੂੰ ਗੁਰਾਂ ਸੰਤਾਂ ਮਹਾਤਮਾ ਦੁਆਰਾ ਭਗਤੀ ਕਰਨ ਵਾਲਿਆਂ ਦਾ ਪਿਆਰਾ ਸੁਣ ਕੇ ਅੰਚਲੋ ਗਹਿਆ। ਉਸ ਪ੍ਰਭੂ ਦਾ ਸ਼ਰਨ ਨਾਮ ਰੂਪੀ ਪੱਲਾ ਪਕੜਨਾ ਕੀਤਾ ਹੈ। ਘਟ ਕਟਪੂਰ ਸਮਾਨਿਆ। ਤੇ ਕਿਰਪਾ ਹੋਈ ਸਰੀਰਾਂ ਵਿੱਚ ਪੂਰਨ ਸਮਾਇਆ ਹੋਇਆ ਨਿਸ਼ਚੈ ਕੀਤਾ, ਜਾਂ ਘਟਾਂ ਵਿੱਚ ਵਿਆਪਕ ਤੇ ਸਭ ਦਾ ਆਤਮਾ ਰੂਪ ਹੋਣ ਕਰਕੇ ਸਭਨਾਂ ਵਿੱਚ ਮਿਲਿਆ ਹੋਇਆ ਹੈ। ਘਟਾਂ ਵਿੱਚ ਪੂਰਨ ਜਾਣ ਕੇ ਮੇਰਾ ਚਿੱਤ ਉਸ ਵਾਹਿਗੁਰੂ ਵਿੱਚ ਸਮਾ ਗਿਆ ਹੈ। ਸੁਖ ਸਾਗਰੋ ਪਾਇਆ। ਇੰਜ ਸਹਿਜ ਸੁਭਾਇਆ। ਸ਼ਾਂਤੀ ਸੁਭਾਅ ਧਾਰਨ ਕਰਕੇ ਸੁੱਖਾਂ ਦੇ ਸਮੁੰਦਰ ਪ੍ਰਭੂ ਨੂੰ ਪਾ ਲਿਆ ਹੈ। ਜਨਮ ਮਰਨ ਦੁਖ ਹਾਰੇ। ਇਸ ਕਰਕੇ ਮੇਰੇ ਜੰਮਣ ਮਰਨ ਦੇ ਦੁੱਖ ਕਸ਼ਟ ਹਾਰ ਗਏ, ਨਿਵਰਤ ਹੋ ਗਏ ਹਨ। ਕਰ ਗਹਿ ਲੀਨੇ ਨਾਨਕ ਦਾਸ ਆਪਣੇ। ਸਤਿਗੁਰੂ ਜੀ ਕਥਨ ਕਰਦੇ ਕਿ ਪ੍ਰਭੂ ਨੇ ਆਪਣੇ ਦਾਸ ਸੇਵਕ ਦਾ ਮਨ ਰੂਪ ਹੱਥ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ ਹੈ। ਰਾਮ ਨਾਮ ਔਰ ਹਾਰੇ। ਪਰ ਮੈਂ ਦਾਸ ਨੇ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਪਹਿਨਣਾ ਕੀਤਾ। ਹਰ ਨਾਮ ਹਿਰਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਇੰਜ
ये महाराज पंजवें पातशाह जी ने सानू उपदेश सिक्ख्या बख्शिश की है। आओ अरदास करिए ये साडे हिरदियां च बस जाए जी, ताकि साडी भी कल्याण हो सके। भुल चुके मंग करो अगे तो समत बख्शो जी। सुख सागरो पाया सहज सुभाया, जन्म मरण दुख हारे। कर गलीने नानक दास अपने, राम नाम और हारे। वाहिगुरू जी का खालसा